ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਵੇਰੇ 11 ਵਜੇ ਹੋਏਗੀ ਮੀਟਿੰਗ। ਬੇਅਦਬੀ ਮਸਲੇ ਤੇ ਪ੍ਰਤਾਪ ਬਾਜਵਾ ਨੇ ਸੀਐਮ ਅਤੇ ਸਪੀਕਰ ਨੂੰ ਲਿਖੀ ਚਿੱਠੀ। ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਉਣ ਦੀ ਕੀਤੀ ਮੰਗ ਤਾਂ ਆਮ ਆਦਮੀ ਪਾਰਟੀ ਬੋਲੀ ਕਾਂਗਰਸ ਨੇ ਵੀ ਸੱਦਿਆ ਸੀ ਸੈਸ਼ਨ, ਲੇਕਿਨ ਨਹੀਂ ਹੋਇਆ ਸੀ ਕੋਈ ਫਾਇਦਾ। ਮਾਨ ਸਰਕਾਰ ਕਰੇਗੀ ਦੋਸ਼ੀਆਂ ਖਿਲਾਫ ਕਾਰਵਾਈ। ਸੁਖਬੀਰ ਸਿੰਘ ਬਾਦਲ ਹੀ ਬਣੇ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। ਚੁਣਦਾ ਕਮੇਟੀ ਤੇ ਅਕਾਲੀ ਦਲ ਦਾ ਵੱਡਾ ਦਾਅਵਾ, ਕਿਹਾ ਰਿਪੋਰਟ 'ਚ ਪ੍ਰਧਾਨ ਬਦਲਣ ਦੀ ਨਹੀਂ ਸੀ ਸਿਫਾਰਿਸ਼, ਹੂਬਹੂ ਲਾਗੂ ਹੋਏਗੀ ਰਿਪੋਰਟ। ਪਰਾਲੀ ਪ੍ਰਬੰਧਨ ਨੂੰ ਲੈ ਕੇ ਪੰਜਾਬ ਸਰਕਾਰ ਨੇ 에ਅਰ ਕੁਆਲਿਟੀ ਕਮਿਸ਼ਨ ਨੂੰ ਭੇਜਿਆ ਪ੍ਰਪੋਜ਼ਲ। ਕੇਜਰੀਵਾਲ ਦਾ ਦਾਅਵਾ, ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਨਕਦ ਮੁਆਵਜ਼ੇ ਦੀ ਤਜਵੀਜ਼। ਪੰਜਾਬ ਦਿੱਲੀ ਸਰਕਾਰ 500 ਰੁਪਏ ਦਾ ਪਾਏਗੀ ਹਿੱਸਾ, ਬਾਕੀ 1500 ਕੇਂਦਰ ਤੋਂ ਯੋਗਦਾਨ ਪਵਾਉਣ ਦੀ ਮੰਗ। ਮਾਸਟਰ ਕੇਡਰ ਦੀਆਂ 4902 ਪੋਸਟਾਂ ਲਈ ਇਮਤਿਹਾਨ ਦੀਆਂ ਤਾਰੀਖਾਂ ਦਾ ਐਲਾਨ। 21 ਅਗਸਤ ਤੋਂ 11 ਸਤੰਬਰ ਤੱਕ ਹੋਣਗੇ ਇਮਤਿਹਾਨ। ਸਿੱਖਿਆ ਮੰਤਰੀ ਹਰਜੋਤ ਬੈਂਸ ਬੋਲੇ, 1 ਸਾਲ 'ਚ ਸਾਰੇ ਸਕੂਲਾਂ ਦਾ ਪੂਰਾ ਹੋਏਗਾ ਸਟਾਫ। ਲੁਧਿਆਣਾ 'ਚ ਡੀਜੀਪੀ ਦੀ 4 ਪੁਲਿਸ ਰੇਂਜਾਂ ਦੇ ਅਧਿਕਾਰੀਆਂ ਨਾਲ ਬੈਠਕ। ਗੈਂਗਸਟਰਾਂ ਤੇ ਡਰੱਗ ਖਿਲਾਫ ਫੈਸਲਾਕੁਨ ਲੜਾਈ ਲੜਨ ਦੇ ਦਿੱਤੇ ਹੁਕਮ। 50% ਪੁਲਿਸ ਥਾਣਿਆਂ ਦੇ ਵਿੱਚ ਤੈਨਾਤ ਕਰਨ ਦੇ ਦਿੱਤੇ ਨਿਰਦੇਸ਼। ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਸਾਰੇ ਵਿਭਾਗਾਂ ਨੂੰ ਲਿਖਿਆ ਪੱਤਰ, ਕਿਹਾ ਵੀਕੇ ਜੰਜੂਆ ਦੀ ਥਾਂ ਲਿਖਿਆ ਜਾਵੇ ਮੇਰਾ ਪੂਰਾ ਨਾਮ। ਚੰਡੀਗੜ੍ਹ ਦੇ ਇੱਕ ਨਾਮੀ ਸਕੂਲ ਦੇ ਬੱਚਿਆਂ 'ਚ ਮਿਲੇ HFMD ਬਿਮਾਰੀ ਦੇ ਲੱਛਣ। ਅੱਜ ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੀ ਛੁੱਟੀ, ਫਿਰ ਤੋਂ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ। ਅਮਰਨਾਥ ਗੁਫਾ ਕੋਲ ਮੁੜ ਫਟਿਆ ਬੱਦਲ, ਜਾਨੀ ਨੁਕਸਾਨ ਤੋਂ ਰਿਹਾ ਬਚਾਅ। 4000 ਸ਼ਰਧਾਲੂ ਸੁਰੱਖਿਅਤ ਥਾਵਾਂ ਤੇ ਭੇਜੇ। ਹਾਦਸੇ ਵਾਲੀ ਥਾਂ ਤੇ ਪਹੁੰਚੀਆਂ ਰੈਸਕਿਊ ਟੀਮਾਂ। सत श्री अकाल, मैं अर्शदीप संधू, न्यूज़ 18 पंजाब हरियाणा हिमाचल देख रहे दर्शकों का स्वागत है। शुरुआत करते हैं वड्डी खबर दे नाल। बेअदबी दे मुद्दे नूं लैके विधान सभा च विरोधी धिर दे आगू प्रताप सिंह बाजवा ने मुख मंत्री ते स्पीकर नूं एक चिट्ठी लिखी है। बेअदबी दे मुद्दे ते विधान सभा दा स्पैशल इजलास बुलाउण दी उन्होंने मंग कीती है, जबकि आम आदमी पार्टी ने बाजवा नूं इस संवेदनशील मुद्दे ते राजनीति ना करन दी सलाह दित्ती है। बेअदबी के मसले से पंजाब की सियासत फिर केंद्रित हो रही है। विरोधी धिर दे आगू प्रताप सिंह बाजवा ने मुख मंत्री मान ते स्पीकर कुलतार संधवा नूं चिट्ठी लिख के बेअदबी मसले ते विशेष इजलास बुलाउण दी मंग कीती है। बाजवा ने अपनी चिट्ठी दे विच लिखिआ है, लोकतंत्र दे विच मुख मंत्री ही सूबे दा राजा समझिआ जा सकदा है, जिसका पहला धर्म कर्म बनता है कि अपने सूबे की प्रजा नूं इंसाफ देवे। कमज़ोर कानून होने करके पापी बेखौफ बेअदबी ਦੀਆਂ ਵਾਰਦਾਤਾਂ ਕਰਦੇ ਨੇ। ਪਿਛਲੇ ਕੁਝ ਸਾਲਾਂ ਦੇ ਵਿੱਚ 400 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਨੇ। ਸੰਗਤ ਵਿੱਚ ਰੋਸ ਹੈ ਕਿ ਬੇਅਦਬੀ ਸੰਬੰਧੀ ਕੋਈ ਇਨਸਾਫ ਦੇਣਾ ਤਾਂ ਦੂਰ, ਅਸੀਂ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ। ਸੰਗਤ ਦੀਆਂ ਅੱਖਾਂ ਦੇ ਵਿੱਚੋਂ ਮੈਂ ਹੰਝੂ ਗਿਰਦੇ ਵੇਖੇ ਨੇ। ਮੈਂ ਸੋਚਦਾ ਹਾਂ ਕਿ ਅਸੀਂ ਰਾਜਸੀ ਲੋਕ ਇੰਨੇ ਨਿਰਦਈ ਕਿਵੇਂ ਹੋ ਸਕਦੇ ਹਾਂ ਕਿ ਆਪਣੇ ਹੀ ਸੂਬੇ ਦੇ ਲੋਕਾਂ ਦੇ ਹੰਝੂ ਤੱਕ ਨਾ ਪਹੁੰਚ ਸਕੀਏ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ कि इस अति गंभीर ਅਤੇ ਮਨੁੱਖਤਾ ਨੂੰ ਦਰਦ ਦੇਣ ਵਾਲੇ ਮਸਲੇ ਸੰਬੰਧੀ ਜਲਦ ਤੋਂ ਜਲਦ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਬੇਅਦਬੀ ਵਿਰੋਧੀ ਇਜਲਾਸ ਬੁਲਾ ਕੇ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾਵੇ। ਅੱਜ ਮੈਂ ਇੱਕ ਚਿੱਠੀ ਚੀਫ ਮਿਨਿਸਟਰ ਪੰਜਾਬ ਨੂੰ ਤੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਲਿਖੀ ਹੈ, ਜਿਹਦੇ ਵਿੱਚ ਮੈਂ ਡਿਮਾਂਡ ਕੀਤੀ ਹੈ ਕਿ ਬੇਅਦਬੀਆਂ ਜਿਹੜੀਆਂ ਹੋਈਆਂ ਨੇ ਬਰਗਾੜੀ ਤੇ ਬਹਿਬਲ ਕਲਾਂ, ਉਹਨਾਂ ਦੇ ਉੱਤੇ ਚਰਚਾ ਕਰਨ ਵਾਸਤੇ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਕਨਵੀਨ ਕੀਤਾ ਜਾਏ। ਬਾਜਵਾ ਦੀ ਚਿੱਠੀ ਤੇ ਆਮ ਆਦਮੀ ਪਾਰਟੀ ਨੇ ਵੀ ਜਵਾਬ ਦਿੱਤਾ ਹੈ। ਆਪਨੇ ਹੁਣ ਤੱਕ ਇਨਸਾਫ ਨਾ ਮਿਲਣ ਦੇ ਲਈ ਜਿੱਥੇ ਪੁਰਾਣੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ, ਉੱਥੇ ਹੀ ਬਾਜਵਾ ਨੂੰ ਇਸ ਸੰਵੇਦਨਸ਼ੀਲ ਮੁੱਦੇ ਤੇ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ। ਇਹਦੇ 'ਚ ਇੰਨੀਆਂ ਕੰਪਲਿਕੇਸ਼ਨਸ ਪਿਛਲੀ ਸਰਕਾਰਾਂ ਨੇ ਪਾਈਆਂ ਕਿ ਇਹਨਾਂ ਨੂੰ ਸਟ੍ਰੀਮਲਾਈਨ ਕਰਨ 'ਚ ਟਾਈਮ ਲੱਗ ਰਿਹਾ। ਸੋ ਬਾਜਵਾ ਸਾਹਿਬ ਨੂੰ ਮੇਰਾ ਤੇ ਇਹੀ ਕਹਿਣਾ ਹੈ ਵੀ ਸੈਸ਼ਨ ਤਾਂ ਤੁਸੀਂ ਵੀ ਬੁਲਾਇਆ ਸੀ, ਕੀ ਸਿੱਟਾ ਕੱਢਿਆ ਤੁਸੀਂ? ਇਹ ਸਿਰਫ ਤੇ ਸਿਰਫ ਇਸ ਇੰਨੇ ਸੈਂਟੀਮੈਂਟਲ ਇਸ਼ੂ ਤੇ ਰਾਜਨੀਤੀ ਕੀਤੀ, ਜਿਹਦਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਹੈਗਾ ਖਮਿਆਜਾ ਵੀ ਤੁਹਾਨੂੰ ਭੁਗਤਣਾ ਪਿਆ, ਅਹਿਸਾਸ ਵੀ ਕਰਾ सियासी इल्जाम तराशियां कुछ भी हो सकती ने, पर सच यह है कि 7 साल बाद भी बेअदबी का इंसाफ नहीं मिलिया। तीजी सरकार आ गई,
3 ਮੁੱਖ ਮੰਤਰੀ ਚਲੇ ਗਏ। ਚੌਥੇ ਮੁੱਖ ਮੰਤਰੀ ਭਗਵੰਤ ਮਾਨ ਨੇ 4 ਮਹੀਨੇ ਤੋਂ ਸੱਤਾਨਸ਼ੀਨ ਨੇ ਅਤੇ ਸਿੱਖ ਸੰਗਤ ਹਾਲੇ ਵੀ ਇਨਸਾਫ ਦੀ ਉਡੀਕ ਵਿੱਚ ਹੈ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਕਰੀਬ 5 ਘੰਟੇ ਮੰਥਨ ਚੱਲਿਆ। ਇਕਬਾਲ ਸਿੰਘ ਝੁੰਦਾ ਦੀ ਕਮੇਟੀ ਦੀ ਰਿਪੋਰਟ ਤੇ ਚਰਚਾ ਹੋਈ ਤੇ ਫਿਰ ਫਾਈਨਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ। ਚੰਡੀਗੜ੍ਹ 'ਚ ਅਕਾਲੀ ਦਲ ਦੀ ਕੋਰ ਕਮੇਟੀ ਦਾ 5 ਘੰਟੇ ਮੰਥਨ ਹੋਇਆ, ਜਿਸ 'ਚ 13 ਮੈਂਬਰੀ ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਤੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪਾਰਟੀ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਹੈ ਕਿ ਰਿਪੋਰਟ 'ਚ ਪਾਰਟੀ ਪ੍ਰਧਾਨ ਬਦਲਣ ਦੀ ਕੋਈ ਵੀ ਸਿਫਾਰਿਸ਼ ਨਹੀਂ ਕੀਤੀ ਗਈ ਅਤੇ ਪਾਰਟੀ ਦੀ ਕਮਾਨ ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਹੀ ਰਹੇਗੀ। ਇਹ ਸਾਰੀ ਰਿਪੋਰਟ ਕਿਉਂਕਿ ਮੈਨੂੰ ਇਹਨਾਂ ਨੇ ਪੇਸ਼ ਕੀਤੀ, ਜਦੋਂ ਪੇਸ਼ ਕੀਤੀ ਉਦੋਂ ਵੀ ਡਿਸਕਸ ਹੋਈ, ਫਿਰ ਅਸੀਂ ਇਹਦਾ ਅੱਖਰ ਬਹਿ ਕੇ ਡਿਸਕਸ ਕੀਤਾ ਆਪਸ ਵਿੱਚ। ਉਹਦੇ 'ਚ ਕਿਤੇ ਵੀ ਇਹ ਲਫ਼ਜ਼ ਨਹੀਂ ਕਿ ਪਾਰਟੀ ਪ੍ਰਧਾਨ ਨੂੰ ਬਦਲਿਆ ਜਾਵੇ, ਕਿਤੇ ਵੀ ਇਹ ਲਫ਼ਜ਼ ਨਹੀਂ। ਆਪਣੇ ਵੱਲੋਂ ਕਿਤੇ ਕੋਈ ਕਹੀ ਜਾਵੇ, ਜ਼ਬਾਨੀ ਕੋਈ ਕਹੀ ਜਾਵੇ, ਇਸੇ ਕਰਕੇ ਮੈਂ ਥੋੜਾ ਤਾਂ ਰੱਖਿਆ ਇਹ ਗੈਰ ਫੀਲਡ 'ਚ ਵੀ ਇਹਨਾਂ ਦੀ ਗੱਲ ਹੈ ਜਿਹੜੀ ਜ਼ਿਆਦਾ ਅਥੈਂਟਿਕ ਹੈ ਤੇ ਇਹਨਾਂ ਨੇ ਤੁਹਾਨੂੰ ਆਪਣੀ ਜ਼ਬਾਨ ਨਾਲ ਸਾਰਾ ਦੱਸਤਾ ਹੈ। ਉਧਰ ਅਕਾਲੀ ਆਗੂ ਇਕਬਾਲ ਸਿੰਘ ਝੁੰਦਾ ਨੇ ਕਿਹਾ ਹੈ ਕਿ ਉਹ 117 ਵਿਧਾਨ ਸਭਾ ਹਲਕਿਆਂ 'ਚੋਂ 100 ਹਲਕਿਆਂ 'ਚ ਗਏ ਅਤੇ ਲੋਕਾਂ ਤੋਂ ਫੀਡਬੈਕ ਲਿਆ, ਜਦਕਿ ਉਹਨਾਂ ਦੀ ਰਿਪੋਰਟ ਤੇ ਪਾਰਟੀ ਨੇ ਖੁੱਲ੍ਹਦਿਲੀ ਨਾਲ ਚਰਚਾ ਕੀਤੀ ਹੈ। ਜੋ ਪਾਰਟੀ 'ਚੋਂ ਫੀਡਬੈਕ ਮਿਲੀ ਹੈ ਉਹ ਸਾਰੀ ਫੀਡਬੈਕ ਹੂਬ ਟੂ ਹੂਬ, ਅਸੀਂ ਕੋਈ ਚੀਜ਼ ਲਕੋਈ ਨਹੀਂ ਹੈ। ਜਿਹੜੀਆਂ ਚੀਜ਼ਾਂ ਲੀਡਰਸ਼ਿਪ ਦੇ ਉਲਟ ਜਾਂਦੀਆਂ ਸੀ ਉਹ ਵੀ ਲਿਖੀਆਂ, ਜਿਹੜੀਆਂ ਹੱਕ 'ਚ ਚੀਜ਼ਾਂ ਨੂੰ ਅਸੀਂ ਪ੍ਰਚਾਰ ਨਹੀਂ ਕਰ ਸਕੇ ਉਹ ਵੀ ਲਿਖੀਆਂ, ਜਿਹੜੀਆਂ ਸਾਜ਼ਿਸ਼ਾਂ ਕਰਨ ਨਾਲ ਸਾਨੂੰ ਕਮਜ਼ੋਰ ਕੀਤਾ ਜਾ ਰਿਹਾ ਉਹ ਵੀ ਲਿਖੀਆਂ, ਜਿਹੜੇ ਧਾਰਮਿਕ ਮੁੱਦੇ ਸਾਨੂੰ ਬਦਨਾਮ ਕਰਨ ਲਈ ਜਾਂ ਜਿੱਥੇ ਕਿਤੇ ਸਾਤੋਂ ਗਲਤੀਆਂ ਹੋਈਆਂ ਉਹ ਵੀ ਲਿਖੀਆਂ। ਅਸੀਂ ਹਰ ਚੀਜ਼ ਇਸ ਰਿਪੋਰਟ ਵਿੱਚ ਵਰਣਨ ਕੀਤੀ ਹੈ ਔਰ ਪਾਰਟੀ ਨੇ ਬੜੇ ਖੁੱਲ੍ਹੇ ਮਨ ਨਾਲ ਮੰਨੀ ਹੈ। ਪਰ ਅਸੀਂ ਜਨਤਕ ਹਲੇ 1-2 ਮੀਟਿੰਗਾਂ ਤੋਂ ਬਾਅਦ ਇਹ ਰਿਪੋਰਟ ਆ ਜਿਹੜੀ ਜਨਤਕ ਹੋਊਗੀ। ਦੱਸ ਦਈਏ ਕਿ ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਤੇ ਆਖਰੀ ਫੈਸਲਾ ਸੁਖਬੀਰ ਸਿੰਘ ਬਾਦਲ ਲੈਣਗੇ, ਜਦਕਿ ਫੈਸਲਾ ਲਾਗੂ ਕਰਨ ਤੋਂ ਪਹਿਲਾਂ 2-3 ਮੀਟਿੰਗਾਂ ਹੋਰ ਕਰਨ ਦੀ ਗੱਲ ਵੀ ਪਾਰਟੀ ਨੇ ਆਖੀ ਹੈ। ਇਹ ਵੀ ਦੱਸ ਦਈਏ ਕਿ ਝੁੰਦਾ ਕਮੇਟੀ ਲਾਗੂ ਕਰਨ ਦੀ ਮੰਗ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕੀਤੀ ਸੀ ਅਤੇ ਉਹਨਾਂ ਨੇ ਇਸ ਦਾ ਹਵਾਲਾ ਦਿੰਦਿਆਂ ਰਾਸ਼ਟਰਪਤੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਪੰਜਾਬੀ 뮤직 ਇੰਡਸਟਰੀ ਤੇ ਗੈਂਗਸਟਰਾਂ ਦੇ ਆਪਸੀ ਕਨੈਕਸ਼ਨ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰਾਂ ਦੀ ਪੰਜਾਬੀ 뮤직 ਇੰਡਸਟਰੀ ਤੇ ਨਜ਼ਰ ਹੈ ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਅੱਜਕੱਲ ਪੰਜਾਬੀ ਗੀਤਾਂ 'ਚ ਬੁਲਟ ਬੀਟਸ ਦੀ ਝਲਕ ਦਿਖਾਈ ਦਿੰਦੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਗੈਂਗਸਟਰਾਂ ਦੇ ਦਖਲ ਦੀ ਚਰਚਾ ਛਿੜੀ ਤਾਂ ਹੁਣ ਉਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਦੇ ਇੰਟੈਲੀਜੈਂਸ ਬਿਊਰੋ ਦੀ ਇਨਪੁਟ ਦੇ ਮੁਤਾਬਕ ਪੰਜਾਬੀ ਇੰਡਸਟਰੀ ਉੱਤੇ ਗੈਂਗਸਟਰਾਂ ਦੀ ਨਜ਼ਰ ਹੈ। ਗੈਂਗਸਟਰ 뮤직 ਇੰਡਸਟਰੀ ਦੇ ਜ਼ਰੀਏ ਆਪਣੀ ਕਾਲੀ ਕਮਾਈ ਨੂੰ ਚਿੱਟਾ ਕਰਨ ਦੀ ਫਿਰਾਕ ਵਿੱਚ ਨੇ ਅਤੇ ਇਸ ਪੂਰੀ ਖੇਡ ਦੇ ਵਿੱਚ ਕੈਨੇਡਾ ਬੈਠੇ ਕੁਝ ਪੰਜਾਬੀ ਸਿੰਗਰਾਂ ਦੇ ਸ਼ਾਮਲ ਹੋਣ ਦੀ ਵੀ ਖਬਰ ਹੈ। ਕੁਝ ਪੰਜਾਬੀ ਸਿੰਗਰ IB ਦੀ ਰਡਾਰ ਤੇ ਵੀ ਨੇ। ਇਨਪੁਟ ਦੇ ਮੁਤਾਬਕ 60,000 ਕਰੋੜ ਦੀ ਪੰਜਾਬੀ 뮤직 ਇੰਡਸਟਰੀ ਤੇ ਗੈਂਗਸਟਰਾਂ ਦੀ ਅੱਖ ਹੈ। ਰੰਗਦਾਰੀ ਸੁਪਾਰੀ ਬਦਲੇ ਕਮਾਈ ਪੈਸੇ ਨੂੰ ਗੈਂਗਸਟਰ ਚਿੱਟਾ ਕਰਨ ਦੇ ਲਈ 뮤직 ਕੰਪਨੀਆਂ ਦੇ ਵਿੱਚ ਪੈਸਾ ਲਾਉਂਦੇ ਨੇ। ਕਈ ਗੈਂਗਸਟਰਾਂ ਦਾ 뮤직 ਕੰਪਨੀਆਂ ਦੇ ਵਿੱਚ ਪੈਸਾ ਲੱਗਿਆ ਹੋਇਆ ਹੈ। ਇਹ ਗੈਂਗਸਟਰ ਸਿੰਗਰਾਂ ਨੂੰ ਧਮਕਾ ਕੇ ਕਾਪੀਰਾਈਟ ਵੀ ਲੈਂਦੇ ਨੇ ਅਤੇ ਕਾਪੀਰਾਈਟ ਤੇ ਬਦਲੇ ਕਲਾਕਾਰਾਂ ਨੂੰ ਸਿਕਿਉਰਿਟੀ ਦੀ ਗਾਰੰਟੀ ਦਿੱਤੀ ਜਾਂਦੀ ਹੈ। ਗਾਣਾ ਰਿਲੀਜ਼ ਤੋਂ ਲੈ ਕੇ ਸ਼ੋਅ ਲਾਉਣ ਤੱਕ ਦਾ ਪੂਰਾ ਹਿਸਾਬ ਕਿਤਾਬ ਗੈਂਗਸਟਰਾਂ ਦੇ ਕੋਲ ਹੁੰਦਾ ਹੈ। ਇਨਪੁਟ ਇਹ ਵੀ ਹੈ ਕਿ ਕਈ ਵਾਰ ਸਿੰਗਰ ਦਾ ਗਾਣਾ ਵੀ ਗੈਂਗਸਟਰ ਹੀ ਤੈਅ ਕਰਦੇ ਨੇ। ਰੰਗਦਾਰੀ ਤੋਂ ਬਚਣ ਦੇ ਲਈ ਸਿੰਗਰ ਗੈਂਗਸਟਰਾਂ ਦੇ ਨਾਲ ਨੇੜਤਾ ਬਣਾ ਕੇ ਰੱਖਣ ਦੇ ਲਈ ਮਜਬੂਰ ਨੇ ਅਤੇ ਧਮਕੀਆਂ ਸਿੰਗਰਾਂ ਤੇ ਗੈਂਗਸਟਰਾਂ ਦੇ ਵਿਚਾਲੇ ਨੇੜਤਾ ਦੀ ਵੱਡੀ ਵਜ੍ਹਾ ਮੰਨੀਆਂ ਜਾਂਦੀਆਂ ਨੇ। ਸਮੇਂ ਦੇ ਨਾਲ ਪੰਜਾਬੀ 뮤직 ਇੰਡਸਟਰੀ ਨੇ ਵੱਡੀ ਤਰੱਕੀ ਕੀਤੀ ਹੈ। ਇਹ ਇੰਡਸਟਰੀ ਹੁਣ 60,000 ਕਰੋੜ ਤੱਕ ਪਹੁੰਚ ਗਈ ਹੈ। ਹਰ ਸਾਲ 15% ਕਮਾਈ ਦੇ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਹੀ 450 ਤੋਂ ਵੱਧ 뮤직 ਲੈਵਲ ਰਜਿਸਟਰਡ ਨੇ। ਸਾਲ 2021 ਦੇ ਵਿੱਚ 5000 ਤੋਂ ਵੱਧ 뮤직 ਵੀਡੀਓ ਰਿਲੀਜ਼ ਹੋਏ ਸਨ। ਪੰਜਾਬੀ 뮤직 ਇੰਡਸਟਰੀ ਦੇ ਵਿੱਚ ਗੈਂਗਸਟਰਾਂ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ। ਖਬਰ ਇਹ ਹੈ ਕਿ ਬੰਬੀਹਾ ਗਰੁੱਪ ਦਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਦਬਦਬਾ ਹੈ। ਕਈ 뮤직 ਕੰਪਨੀਆਂ ਦੇ ਪਿੱਛੇ ਬੰਬੀਹਾ ਗਰੁੱਪ ਦਾ ਹੱਥ ਹੈ। 2021 ਦੇ ਵਿੱਚ ਮੋਹਾਲੀ ਪੁਲਿਸ ਨੇ ਬੰਬੀਹਾ ਗਰੁੱਪ ਦੀਆਂ 2 ਕੰਪਨੀਆਂ ਦਾ ਖੁਲਾਸਾ ਕੀਤਾ ਸੀ ਅਤੇ ਸਿੱਧੂ ਮੂਸੇਵਾਲਾ ਨੇ ਇਹਨਾਂ ਕੰਪਨੀਆਂ ਦੇ ਲਈ ਕਈ ਗਾਣੇ ਗਾਏ ਸਨ। ਬੰਬੀਹਾ ਗਰੁੱਪ ਦੀ ਤਰ੍ਹਾਂ ਲਾਰੈਂਸ ਗਰੁੱਪ ਵੀ 뮤직 ਕੰਪਨੀ ਖੋਲ੍ਹਣੀ ਚਾਹੁੰਦਾ ਸੀ ਅਤੇ ਲਾਰੈਂਸ ਗਰੁੱਪ ਦਾ ਇਹ ਫੈਸਲਾ ਬੰਬੀਹਾ ਗਰੁੱਪ ਨੂੰ ਪਸੰਦ ਨਹੀਂ ਸੀ।
ਲਾਰੈਂਸ ਆਪਣੇ ਕਾਲਜ ਦੇ ਦੋਸਤ ਵਿੱਕੀ ਮਿੱਡੂ ਖੇੜਾ ਦਾ ਇਸਤੇਮਾਲ ਕਰਕੇ ਇਸ ਖੇਤਰ ਦੇ ਵਿੱਚ ਆਉਣਾ ਚਾਹੁੰਦਾ ਸੀ ਅਤੇ ਲਾਰੈਂਸ ਗਰੁੱਪ ਨੇ ਸਿੱਧੂ ਮੂਸੇਵਾਲਾ ਤੇ ਉਹਨਾਂ ਦੀ ਕੰਪਨੀ ਲਈ ਕੰਮ ਕਰਨ ਦੇ ਲਈ ਦਬਾਅ ਬਣਾਇਆ ਸੀ, ਪਰ ਮੂਸੇਵਾਲਾ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਗੈਂਗਸਟਰਾਂ ਦੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਪਕੜ ਇੰਨੀ ਮਜ਼ਬੂਤ ਕਿਵੇਂ ਹੋਗੀ ਤਾਂ ਇਸ ਦਾ ਜਵਾਬ ਹੈ ਉਹਨਾਂ ਦੀ ਧਮਕਾਉਣ ਵਾਲੀ ਅਪਰੋਚ। ਸਿੱਧੂ ਮੂਸੇਵਾਲਾ ਦਾ ਕਤਲ, ਪਰਮੀਸ਼ ਵਰਮਾ ਤੇ ਜਾਨਲੇਵਾ ਹਮਲਾ, ਬਲਕਾਰ ਸਿੱਧੂ ਨੂੰ ਰੰਗਦਾਰੀ ਲਈ ਧਮਕੀ, ਕਰਨ ਔਜਲਾ ਨੂੰ ਜਾਨੋਂ ਮਾਰਨ ਦੀ ਧਮਕੀ, ਗਿੱਪੀ ਗਰੇਵਾਲ ਨੂੰ ਜਬਰਨ ਵਸੂਲੀ ਦੀ ਧਮਕੀ ਤੇ ਰਾਏ ਜੁਝਾਰ ਨੂੰ ਜਬਰਨ ਵਸੂਲੀ ਦੀ ਧਮਕੀ ਦੇਣਾ ਇਹ ਦਰਸਾਉਂਦਾ ਹੈ ਕਿ ਕਤਲ, ਜਾਨਲੇਵਾ ਹਮਲੇ ਅਤੇ ਧਮਕੀਆਂ ਗੈਂਗਸਟਰਾਂ ਦੇ ਉਹ ਹਥਿਆਰ ਨੇ ਜਿਸ ਨਾਲ ਉਹ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਪਣੇ ਪੈਰ ਜਮਾ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਲੁਧਿਆਣਾ ਦੇ ਵਿੱਚ ਡੀਜੀਪੀ ਨੇ ਸੀਪੀਜ਼ ਤੇ ਐਸਐਸਪੀਜ਼ ਦੇ ਨਾਲ ਮੀਟਿੰਗ ਕੀਤੀ ਹੈ। 4 ਪੁਲਿਸ ਰੇਂਜਾਂ ਦੇ ਅਧਿਕਾਰੀਆਂ ਦੇ ਨਾਲ ਬੈਠਕ ਹੋਈ। ਗੈਂਗਸਟਰਾਂ ਤੇ ਡਰੱਗ ਦੇ ਖਿਲਾਫ ਫੈਸਲਾਕੁਨ ਲੜਾਈ ਦੇ ਹੁਕਮ ਦਿੱਤੇ ਨੇ। 50% ਪੁਲਿਸ ਥਾਣਿਆਂ ਦੇ ਵਿੱਚ ਲਗਾਈ ਜਾਵੇ। ਇਹ ਡੀਜੀਪੀ ਨੇ ਨਿਰਦੇਸ਼ ਦਿੱਤੇ ਨੇ ਕਿ ਜਿਹੜੀ 50% ਪੁਲਿਸ ਹੈ ਉਹਨਾਂ ਨੂੰ ਥਾਣਿਆਂ ਦੇ ਵਿੱਚ ਲਗਾਇਆ ਜਾਵੇ। ਆਜ਼ਾਦੀ ਦਿਹਾੜੇ ਮੌਕੇ ਵੀ ਵਧੇਰੇ ਸੁਚੇਤ ਰਹਿਣ ਦੀ ਤਾਕੀਦ ਕੀਤੀ ਹੈ। ਦਹਿਸ਼ਤ ਦੇ ਹਾਲਾਤਾਂ ਨਾਲ ਨਜਿੱਠਣ ਲਈ QRT ਤੇ ਆਰਮਡ ਰਿਜ਼ਰਵ ਟੀਮ ਤੈਨਾਤ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਤਾਂ ਡੀਜੀਪੀ ਨੇ 4 ਜ਼ਿਲ੍ਹਿਆਂ ਦੇ ਅਧਿਕਾਰੀਆਂ ਦੇ ਨਾਲ 4 ਪੁਲਿਸ ਰੇਂਜਾਂ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ, ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਕਈ ਸਾਰੇ ਨਿਰਦੇਸ਼ ਦਿੱਤੇ ਨੇ। ਡਰੱਗ ਦੇ ਉੱਤੇ, ਗੈਂਗਸਟਰਾਂ ਦੇ ਉੱਤੇ ਫੈਸਲਾਕੁਨ ਲੜਾਈ ਦੇ ਨਿਰਦੇਸ਼ ਦਿੱਤੇ ਨੇ। ਸਾਹਿਬ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਔਰ ਉਸ ਮੀਟਿੰਗ ਵਿੱਚ ਉਹਨਾਂ ਨੇ ਆਪਣੇ ਪ੍ਰਾਈਮ ਏਜੰਡਾਸ ਜਿਹੜੇ ਸ਼ਹਿਰ ਦੇ ਲਈ, ਲਾਅ ਐਂਡ ਆਰਡਰ ਦੇ ਲਈ, ਸਟੇਟ ਦੇ, ਉਹ ਸਾਰੇ ਰੱਖੇ। ਉਹਦੇ ਵਿੱਚ ਮੁੱਖਤः ਜਿਹੜਾ ਇੱਕ ਤਾਂ ਡਰੱਗਸ ਦੇ ਅਗੇਂਸਟ ਜੋ ਹੈ ਕਾਰਵਾਈ ਦੇ ਵਿੱਚ ਤੇਜ਼ੀ ਲਾਉਣ ਦੀ ਗੱਲ ਕੀਤੀ ਗਈ। ਉਹਦੇ ਵਿੱਚ ਇਹ ਹੈ ਕਿ ਜਿਹੜੇ ਪਹਿਲੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਨਵੋਲਵਡ ਨੇ ਬੰਦੇ ਜਾਂ ਜਿਹੜੇ ਵੀ ਸਪਲਾਇਰਸ ਹੈ ਉਹਨਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਜਾਏ। ਮੈਕਸਿਮਮ ਇਹੋ ਜਿਹੇ ਸਪਲਾਇਰਸ ਨੂੰ ਜਿਹੜਾ ਹੈ ਬੁੱਕ ਕੀਤਾ ਜਾਏ ਕੇਸਿਸ ਵਿੱਚ, ਪੁਲਿਸ ਦਾ ਪੂਰਾ ਦਬਾਅ ਉਹਨਾਂ ਦੇ ਉੱਪਰ ਹੋਵੇ ਤੇ ਡਰੱਗਸ ਦੀ ਜਿਹੜੀ ਹੈ ਸਪਲਾਈ ਉਹ ਪੂਰੀ ਤਰ੍ਹਾਂ ਸੇ ਤੋੜੀ ਜਾਵੇ। ਸੈਕੰਡ ਜਿਹੜਾ ਉਹਨਾਂ ਵੱਲੋਂ ਗੈਂਗਸਟਰਸ ਦੇ ਅਗੇਂਸਟ ਜਿਹੜੀ ਗਤੀਵਿਧੀਆਂ ਹੈ ਉਹ ਉਹਨਾਂ ਨੇ ਉਹਨੂੰ ਕਿਹਾ ਹੈ ਕਿ ਸੀਰੀਅਸਲੀ ਲੈ ਕਰਕੇ ਔਰ ਜਿਹੜੇ ਵੀ ਕੋਈ ਵਾਇਲੈਂਟ ਕ੍ਰਾਈਮਸ ਵਿੱਚ ਪਿੱਛੇ ਸਮੇਂ ਵਿੱਚ ਇਨਵੋਲਵ ਰਹੇ ਹੋ ਬੰਦੇ ਕਿਸੇ ਵੀ ਤਰੀਕੇ ਦੇ ਔਰ ਜਿਹੜੇ ਕੋਈ ਆਪਣੇ ਆਪ ਨੂੰ ਕਿਸੇ ਵੀ ਗੈਂਗ ਦਾ ਹਿੱਸਾ ਸਮਝਦੇ ਜਾਂ ਲਿੰਕਡ ਹੈ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਲਿਸਟ ਅਪ ਕਰਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਏ। ਉਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਉਹਨਾਂ ਨੂੰ ਵਾਚ ਕੀਤਾ ਜਾਏ। ਮਾਸਟਰ ਕੇਡਰ ਦੀਆਂ 4902 ਪੋਸਟਾਂ ਦੇ ਲਈ ਇਮਤਿਹਾਨ ਤਾਰੀਖਾਂ ਦਾ ਐਲਾਨ ਹੋ ਚੁੱਕਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਐਲਾਨ ਕੀਤਾ ਹੈ 21 ਅਗਸਤ ਤੋਂ 11 ਸਤੰਬਰ ਤੱਕ ਇਮਤਿਹਾਨ ਹੋਣਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖਿਆ ਵਿਭਾਗ ਦੇ ਵਿੱਚ ਨਵੀਆਂ ਹੋਰ ਪੋਸਟਾਂ ਵੀ ਜਲਦ ਕੱਢੀਆਂ ਜਾਣਗੀਆਂ। 1 ਸਾਲ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਸਟਾਫ ਪੂਰਾ ਹੋਏਗਾ। ਸਕੂਲੀ ਸਿੱਖਿਆ ਵਿਭਾਗ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ 4902 ਪੋਸਟਾਂ ਲਈ ਇਮਤਿਹਾਨ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 1 ਸਾਲ ਦੇ ਵਿੱਚ ਸਾਰੇ ਸਕੂਲਾਂ 'ਚ ਪੂਰਾ ਸਟਾਫ ਪੂਰਾ ਹੋ ਜਾਏਗਾ। ਹਰਜੋਤ ਬੈਂਸ ਦੇ ਵੱਲੋਂ ਟਵੀਟ ਕੀਤਾ ਗਿਆ, ਉਹਨਾਂ ਨੇ ਲਿਖਿਆ ਕਿ ਮਾਸਟਰ ਕੇਡਰ ਦੀਆਂ 4902 ਪੋਸਟਾਂ ਲਈ ਇਮਤਿਹਾਨ ਤਾਰੀਖਾਂ ਆ ਗਈਆਂ ਨੇ। ਸਿੱਖਿਆ ਵਿਭਾਗ 'ਚ ਕਈ ਹੋਰ ਨਵੀਆਂ ਭਰਤੀਆਂ ਜਲਦ ਹੋਣਗੀਆਂ। ਇਸ ਲਈ ਸੀਐਮ ਭਗਵੰਤ ਮਾਨ ਦਾ ਧੰਨਵਾਦ। 1 ਸਾਲ ਦੇ ਵਿੱਚ ਪੰਜਾਬ ਦੇ ਹਰ ਸਕੂਲ 'ਚ ਸਟਾਫ ਪੂਰਾ ਹੋਏਗਾ। ਤਾਂ ਹਰਜੋਤ ਬੈਂਸ ਨੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ 1 ਸਾਲ ਦੇ ਵਿੱਚ ਸਾਰੇ ਸਕੂਲਾਂ 'ਚ ਸਟਾਫ ਪੂਰਾ ਹੋਏਗਾ। 4902 ਜਿਹੜੀਆਂ ਭਰਤੀਆਂ ਨੇ ਉਹਨਾਂ ਦੇ ਲਈ ਇਮਤਿਹਾਨ ਤਾਰੀਖਾਂ ਦਾ ਐਲਾਨ ਹੋ ਗਿਆ ਹੈ। ਕੀ ਨਜਾਇਜ਼ ਮਾਈਨਿੰਗ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਹੈ? ਇਹ ਸਵਾਲ ਉਦੋਂ ਉੱਠਿਆ ਹੈ ਕਿ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ। ਨਜਾਇਜ਼ ਮਾਈਨਿੰਗ ਦਹਿਸ਼ਤਗਰਦਾਂ ਦੇ ਲਈ ਐਂਟਰੀ ਮਾਰਗ ਹੈ। ਇਸ ਪਟੀਸ਼ਨ 'ਚ ਲਿਖਿਆ ਗਿਆ ਹੈ ਕਿ ਦਹਿਸ਼ਤਗਰਦਾਂ ਦੇ ਲਈ ਇਹ ਇੱਕ ਐਂਟਰੀ ਮਾਰਗ ਹੈ। ਪਟੀਸ਼ਨ ਦੇ ਵਿੱਚ ਸਰਹੱਦੀ ਜ਼ਿਲ੍ਹਿਆਂ ਦਾ ਹਵਾਲਾ ਦਿੱਤਾ ਗਿਆ ਹੈ। ਪਟੀਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਨਜਾਇਜ਼ ਮਾਈਨਿੰਗ ਦੇਸ਼ ਲਈ ਖਤਰਾ ਹੈ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੂੰ ਵੀ ਹਲਫਨਾਮਾ ਦਾਖਲ ਕਰਨ ਦੇ ਲਈ ਕਿਹਾ ਹੈ। ਗੁਰਬੀਰ ਸਿੰਘ ਪੰਨੂ ਨਾਮ ਦੇ ਸ਼ਖਸ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ। ਹਾਈ ਕੋਰਟ ਦੇ ਵਿੱਚ 2 ਅਗਸਤ ਨੂੰ ਅਗਲੀ ਸੁਣਵਾਈ ਹੋਏਗੀ। ਨਜਾਇਜ਼ ਮਾਈਨਿੰਗ ਨੂੰ ਲੈ ਕੇ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ, ਜਿੱਥੇ ਨਜਾਇਜ਼ ਮਾਈਨਿੰਗ ਨੂੰ ਦੇਸ਼ ਲਈ ਖਤਰਾ ਕਰਾਰ ਦਿੱਤਾ ਗਿਆ ਹੈ। ਇਸ ਪਟੀਸ਼ਨ ਦੇ ਵਿੱਚ ਸਰਹੱਦੀ ਜ਼ਿਲ੍ਹਿਆਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਪੰਜਾਬ ਸਰਕਾਰ ਨੂੰ ਵੀ ਹਲਫਨਾਮਾ ਦਾਖਲ ਕਰਨ ਦੇ ਲਈ ਕਿਹਾ ਹੈ।
ਮੁੱਖ ਸਕੱਤਰ ਨੂੰ ਆਪਣਾ ਛੋਟਾ ਨਾਮ ਪਸੰਦ ਨਹੀਂ ਹੈ, ਯਾਨੀ ਕਿ ਨਿਕਨੇਮ ਜਾਂ ਫਿਰ ਅਸੀਂ ਕਹੀਏ ਕਿ ਜਿਸ ਤਰੀਕੇ ਨਾਲ ਐਬਰੀਵੇਸ਼ਨ ਦਿੱਤੀ ਜਾਂਦੀ ਹੈ, ਵੀਕੇ ਜੰਜੂਆ ਉਹਨਾਂ ਨੂੰ ਪਸੰਦ ਨਹੀਂ। ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਪੱਤਰ ਲਿਖਿਆ ਹੈ ਸਾਰੇ ਵਿਭਾਗਾਂ ਨੂੰ, ਜਿਸ ਦੇ ਵਿੱਚ ਲਿਖਿਆ ਹੈ ਕਿ ਮੇਰਾ ਪੂਰਾ ਨਾਮ ਲਿਖਿਆ ਜਾਵੇ। ਜਿੱਥੇ ਵੀ ਨਾਮ ਲਿਖਿਆ ਜਾਂਦਾ ਹੈ ਵੀਕੇ ਜੰਜੂਆ ਦੀ ਥਾਂ ਪੂਰਾ ਨਾਮ ਵਿਜੇ ਕੁਮਾਰ ਜੰਜੂਆ ਲਿਖਿਆ ਜਾਵੇ। ਮੁੱਖ ਸਕੱਤਰ ਨੇ ਵਿਜੇ ਕੁਮਾਰ ਜੰਜੂਆ ਸਾਰੇ ਵਿਭਾਗਾਂ ਨੂੰ ਉਹਨਾਂ ਨੇ ਪੱਤਰ ਕੱਢਿਆ ਹੈ ਕਿ ਉਹਨਾਂ ਦਾ ਨਾਮ ਵੀਕੇ ਜੰਜੂਆ ਨਹੀਂ ਸਗੋਂ ਵਿਜੇ ਕੁਮਾਰ ਜੰਜੂਆ ਲਿਖਿਆ ਜਾਵੇ। ਖਬਰ ਸੰਗਰੂਰ ਦੀ। ਸੰਗਰੂਰ ਜੇਲ੍ਹ ਦੇ ਵਿੱਚ ਹਰ ਤੀਸਰਾ ਕੈਦੀ ਨਸ਼ੇੜੀ ਹੈ। ਇਹ ਖੁਲਾਸਾ ਹੋਇਆ ਜੇਲ੍ਹ ਅੰਦਰ ਕੀਤੇ ਕੈਦੀਆਂ ਦੇ ਡੋਪ ਟੈਸਟ ਤੋਂ ਤੇ ਇਸ ਖੁਲਾਸੇ ਤੋਂ ਬਾਅਦ ਹੁਣ ਜੇਲ੍ਹ ਪ੍ਰਸ਼ਾਸਨ ਤੇ ਵੀ ਸਵਾਲ ਉੱਠਣ ਲੱਗੇ ਨੇ। ਪੰਜਾਬ ਸਰਕਾਰ ਨੇ ਜੇਲ੍ਹਾਂ 'ਚ ਬੰਦ ਕੈਦੀਆਂ ਦੇ ਡੋਪ ਟੈਸਟ ਕਰਵਾਉਣੇ ਸ਼ੁਰੂ ਕੀਤੇ ਤਾਂ ਇੱਕ ਇੱਕ ਕਰਕੇ ਜੇਲ੍ਹ ਪ੍ਰਸ਼ਾਸਨ ਅਤੇ ਪ੍ਰਬੰਧਾਂ ਦੀਆਂ ਪੋਲਾਂ ਖੁੱਲਣ ਲੱਗੀਆਂ। ਬਠਿੰਡਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਬਾਅਦ ਹੁਣ ਸੰਗਰੂਰ ਜੇਲ੍ਹ ਦੇ ਕੈਦੀ ਵੀ ਨਸ਼ੇੜੀ ਨਿਕਲੇ ਨੇ। ਐਸਐਮਓ ਡਾਕਟਰ ਬਲਜੀਤ ਸਿੰਘ ਮੁਤਾਬਕ ਜੇਲ੍ਹ 'ਚ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਇਹ ਟੈਸਟ ਕੀਤੇ ਗਏ ਨੇ ਅਤੇ ਪੋਜ਼ਿਟਿਵ ਆਏ ਕੈਦੀਆਂ ਦਾ ਇਲਾਜ ਕੀਤਾ ਜਾਵੇਗਾ। ਸੰਗਰੂਰ ਤੋਂ ਇੱਕ ਹੁਕਮ ਪ੍ਰਾਪਤ ਹੋਇਆ ਸੀ ਕਿ ਉੱਥੇ ਇੱਕ ਟੀਮਾਂ ਭੇਜੀਆਂ ਜਾਣ ਡਿਸਟ੍ਰਿਕਟ ਜੇਲ੍ਹ ਸੰਗਰੂਰ ਦੇ ਵਿੱਚ, ਜਿਹਦੇ ਵਿੱਚ ਸਾਡੀ ਟੀਮ ਵੱਲੋਂ 966 ਪ੍ਰਿਜ਼ਨਰ ਦੇ ਟੈਸਟ ਕੀਤੇ ਗਏ ਤੇ ਉਹਨਾਂ ਵਿੱਚ 340 ਪੋਜ਼ਿਟਿਵ ਆਏ ਤੇ ਇਹ ਸਾਰਾ ਕੁਝ 23 ਤਰੀਕ ਨੂੰ ਅਸੀਂ ਟੈਸਟ ਕੀਤੇ ਗਏ ਉੱਥੇ। ਹਾਂ, ਉਹ ਟੀਮ ਦੇ ਵਿੱਚ ਸਾਡੇ ਮੈਡੀਕਲ ਅਫਸਰ ਜਿਹੜੇ ਡਿਸਟ੍ਰਿਕਟ ਦੇ ਪੈਥੋਲੋਜਿਸਟ ਡਾਕਟਰ ਪਲਵੀ ਐਂਡ ਤਕਰੀਬਨ 8-9 ਦੇ ਕਰੀਬ ਲੈਬੋਰਟਰੀ ਟੈਕਨੀਸ਼ੀਅਨਸ, ਇਹ ਸਾਰੀ ਪੂਰੀ ਟੀਮ ਅਸੀਂ ਉੱਥੇ ਭੇਜੀ ਸੀ। ਜਾਣਕਾਰੀ ਮੁਤਾਬਕ ਸੰਗਰੂਰ ਜੇਲ੍ਹ 'ਚ ਬੰਦ 966 ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ, ਜਿਸ 'ਚੋਂ 340 ਕੈਦੀ ਪੋਜ਼ਿਟਿਵ ਪਾਏ ਗਏ ਨੇ, ਯਾਨੀ ਕਿ ਜੇਲ੍ਹ ਦਾ ਹਰ ਤੀਜਾ ਕੈਦੀ ਨਸ਼ੇ ਲੈਣ ਦਾ ਆਦੀ ਹੈ। ਉਧਰ ਇਹਨਾਂ ਰਿਪੋਰਟਾਂ ਨੇ ਜੇਲ੍ਹ ਪ੍ਰਬੰਧਾਂ ਅਤੇ ਪ੍ਰਸ਼ਾਸਨ ਦੋਵਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਹ ਵੀ ਦੱਸੀਏ ਕਿ ਇਸ ਤੋਂ ਪਹਿਲਾਂ ਬਠਿੰਡਾ ਜੇਲ੍ਹ 'ਚ 1650 ਕੈਦੀਆਂ 'ਚੋਂ 650 ਕੈਦੀ ਪੋਜ਼ਿਟਿਵ ਮਿਲੇ ਸੀ। ਸੰਗਰੂਰ ਤੋਂ ਚਰਨਜੀਤ ਕੌਸ਼ਲ, ਨਿਊਜ਼ 18 ਪੰਜਾਬ। उधर पराली प्रबंधन ते प्रस्ताव लिया गया है। पराली प्रबंधन ते अरविंद केजरीवाल ने कहा है कि पंजाब सरकार ने एयर क्वालिटी कमीशन नूं एक तजवीज़ भेजी है, जिस दे विच किसानां नूं 2500 रुपए प्रति एकड़ दा नकद मुआवजा मिल सकता है। पंजाब दिल्ली सरकार 500 रुपए दा हिस्सा पाएगी ते केंद्र सरकार इस दे लई 1500 रुपए दा योगदान देवे। यह अरविंद केजरीवाल दा कहना है ताकि एक इंसेंटिव दिता जा सके पराली साड़न तो रोकण दे लई। मेरी जानकारी के मुताबिक पंजाब सरकार ने एयर क्वालिटी कमीशन को एक प्रस्ताव भेजा है। उस प्रस्ताव के मुताबिक 2500 रुपए प्रति एकड़ के हिसाब से किसानों को अपनी पैडी ना जलाने के लिए कैश इंसेंटिव देने की बात कही गई है कि हम 2500 रुपए दे दें, फिर किसान चाहे जो मर्जी टेक्नोलॉजी इस्तेमाल करे, जैसे मर्जी करे और पैडी ना जलाए। उसमें पंजाब सरकार ने प्रस्ताव रखा है कि भाई 500 रुपए पंजाब सरकार दे दे, 500 रुपए दिल्ली सरकार दे दे और 1500 रुपए केंद्र सरकार दे दे। मैं समझता हूँ एयर क्वालिटी कमीशन इसके ऊपर जब भी इसका निर्णय लेगा, फैसला लेगा, तो मैं समझता हूँ दिल्ली सरकार हमेशा पोल्यूशन को कम करने के लिए हमें जो भी करना पड़ेगा हम करें। ਬੱਚਿਆਂ ਤੇ हैंड फुट एंड माउथ डिजीज बीमारी ਦਾ ਖਤਰਾ ਬਣ ਗਿਆ ਹੈ। ਚੰਡੀਗੜ੍ਹ ਦੇ ਇੱਕ ਨਾਮੀ ਸਕੂਲ ਦੇ ਬੱਚੇ ਦੇ ਵਿੱਚ ਇੱਕ ਲੱਛਣ ਮਿਲੇ ਨੇ। ਇਹਤਿਆਤਨ ਵੀਰਵਾਰ ਨੂੰ ਨਰਸਰੀ ਤੋਂ ਦੂਸਰੀ ਜਮਾਤ ਤੱਕ ਛੁੱਟੀ ਤੇ ਫਿਰ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣੀਆਂ ਨੇ। ਸਕੂਲ ਨੇ ਮਾਪਿਆਂ ਨੂੰ ਖਾਸ ਲੱਛਣਾਂ ਤੇ ਨਿਗਰਾਨੀ ਰੱਖਣ ਦੇ ਲਈ ਕਿਹਾ ਹੈ। ਬੁਖਾਰ, ਗਲੇ 'ਚ ਖਰਾਸ਼ ਜਾਂ ਫਿਰ ਹੱਥ ਪੈਰ ਤੇ ਰੇਸ਼ੇ ਹੋਣ ਤੇ ਜਾਣਕਾਰੀ ਦੇਣ ਦੇ ਲਈ ਕਿਹਾ ਹੈ। हैंड फुट एंड माउथ डिजीज ਦਾ ਖਤਰਾ ਇੱਕ ਬੱਚੇ ਦੇ ਵਿੱਚ ਲੱਛਣ ਮਿਲੇ ਨੇ ਤੇ ਦੂਸਰੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਆਪਣੇ ਬੱਚਿਆਂ ਦੀ ਨਿਗਰਾਨੀ ਕਰਨ ਦੇ ਲਈ ਕਿਹਾ ਹੈ ਕਿ ਅਜਿਹੇ ਕੋਈ ਸਿੰਪਟਮਸ ਆਉਂਦੇ ਨੇ ਤਾਂ ਇਹ ਦੱਸਿਆ ਜਾਵੇ, ਧਿਆਨ ਰੱਖਿਆ ਜਾਵੇ। हैंड फुट एंड माउथ डिजीज ਦੇ ਵਿੱਚ ਬੁਖਾਰ ਵਗੈਰਾ ਹੁੰਦਾ ਹੈ, ਉਸ ਤੋਂ ਬਾਅਦ ਕੁਝ ਦਿਨਾਂ ਦੇ ਵਿੱਚ ਛਾਲੇ ਵਗੈਰਾ ਹੋ ਜਾਂਦੇ ਨੇ ਹੱਥਾਂ ਤੇ, ਮੂੰਹ ਤੇ, ਪੈਰਾਂ ਦੇ ਉੱਤੇ, ਤਾਂ ਉਸ ਸੂਰਤ ਦੇ ਵਿੱਚ ਨਿਗਰਾਨੀ ਰੱਖਣ ਦੇ ਲਈ ਕਿਹਾ ਹੈ। ਇੱਕ ਬੱਚੇ ਦੇ ਵਿੱਚ ਲੱਛਣ ਮਿਲੇ ਨੇ, ਜਿਸ ਤੋਂ ਬਾਅਦ ਇਹ ਨੋਟਿਸ ਸਕੂਲ ਨੇ ਜਾਰੀ ਕੀਤਾ ਹੈ, ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਲਦ ਹੀ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। उधर चिट्टे ने एक बॉक्सर की जान ले ली है। तलवंडी साबो दे विच कौमी पद्धरी खिडारी की मौत हो गई है। चिट्टे की ओवरडोज नाल मौत होने का खदशा जताया जा रहा है। लाश के नेड़ियों सिरिंज ते नशे का समान मिलिया है।
5 ਤਮਗੇ ਜਿੱਤ ਚੁੱਕਿਆ ਸੀ ਇਹ 22 ਸਾਲਾ ਕੁਲਦੀਪ ਸਿੰਘ, ਜਿਸ ਦੀ ਮੌਤ ਹੋਈ ਹੈ। ਚਿੱਟਾ ਵਜ੍ਹਾ ਦੱਸਿਆ ਜਾ ਰਿਹਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਚਿੱਟੇ ਦੇ ਕਾਰਨ, ਨਸ਼ੇ ਦੀ ਓਵਰਡੋਜ਼ ਦੇ ਕਾਰਨ ਇਸ ਦੀ ਮੌਤ ਹੋਈ ਹੈ। ਬਾਕਸਰ ਸੀ 22 ਸਾਲਾ ਕੁਲਦੀਪ ਸਿੰਘ, ਜਿਸ ਦੀ ਮੌਤ ਹੋ ਗਈ ਹੈ। ਬਹੁਤ ਵਧੀਆ ਪਲੇਅਰ ਰਿਹਾ। 17 ਨੈਸ਼ਨ ਦੇ ਵਿੱਚੋਂ 19 ਨੈਸ਼ਨ ਦੇ ਵਿੱਚੋਂ 골ਡ ਮੈਡਲ ਹੈ, ਜੂਨੀਅਰ ਨੈਸ਼ਨ ਦੇ ਵਿੱਚੋਂ ਸਿਲਵਰ ਮੈਡਲ ਹੈ, ਖੇਲੋ ਇੰਡੀਆ ਦੇ ਵਿੱਚੋਂ ਮੈਡਲ ਹੈ। ਹੁਣ ਤੱਕ ਘੱਟੋ ਘੱਟ 10 ਨੈਸ਼ਨਲ ਖੇਡ ਚੁੱਕਾ ਹੈ ਬੱਚਾ। ਪਿਛਲੇ ਦਿਨੀ ਇਹ ਤਲਵੰਡੀ ਸਾਬੋ ਤੋਂ ਜੋ ਚਿੱਟੇ ਦਾ ਕਹਿਰ ਵਾਪਰ ਰਿਹਾ ਹੈ, ਉਹਦੀ ਭੇਡ ਚੜ੍ਹ ਗਿਆ ਸੀ, ਉਦੋਂ ਮਤਲਬ ਇਸ ਨੂੰ ਬਚਾਇਆ ਗਿਆ। ਪਰ ਹੁਣ ਫੇਰ ਦੁਬਾਰਾ ਜਿਹੜੇ ਇਹਦੇ ਸੰਗੀ ਸਾਥੀ ਸੀ, ਅੱਜ ਅਸੀਂ ਸਵੇਰ ਤੋਂ ਲੱਭ ਰਹੇ ਸੀ ਇਹਨੂੰ, ਤਾਂ ਸਵੇਰ ਉਹਨਾਂ ਦੇ ਹੱਥੇ ਚੜ੍ਹਿਆ ਤੇ ਅੱਜ 10-11 ਵਜੇ ਦੀ ਮੌਤ ਹੋਈ ਹੈ। ਡੈੱਡ ਬੋਡੀ ਮਿਲੀ ਹੈ ਸੂਏ ਤੋਂ, ਤੇ ਦੀ ਪੜਤਾਲ ਕਰ ਰਹੇ ਹਾਂ ਕੀ ਕਾਰਨ ਹੈ। ਜੇ ਅਸੀਂ ਕਾਰਨ ਨੂੰ ਕੋਈ ਕਾਰਵਾਈ ਅਮਲ ਲੈਂਦੀ ਜਾਊਗੀ। ਕੋਈ ਸਿਰੰਜ ਵੀ ਮਿਲੀ ਹੈ, ਕੋਈ ਮੋਬਾਈਲ ਕਹਿੰਦੇ ਫਿਲਹਾਲ ਤਾਂ ਦੱਸਿਆ ਮਿਲੀ ਹੈ।